ਵਰਣਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਿਫਤ ਕਰ ਸਕਤ ਤੁਮਾਰੀ। आप लियो तुम कथा सुधारी। कहाँ लगे एहो कीट बखाने। महिमा तोर तुही प्रभ जाने। पिता जन्म ज्यों पूत ना पावे। कहाँ तमन का भेद बतावे। गुरु रूप साध संगत जीओ, फतेह प्रवान करने। वाहिगुरु जी का खालसा, वाहिगुरु जी की फतेह। ਉਂਝ ਤੇ ਸਰੀਰ ਦਾ ਹਰ ਅੰਗ ਆਪਣੇ ਆਪ ਦੇ 'ਚ ਕਾਰਾਮਦ ਹੈ, ਮਹਾਨ ਹੈ, ਔਰ ਉਸਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਹਰ ਅੰਗ ਮਹਾਨ ਹੈ, ਲੇਕਿਨ ਫਿਰ ਵੀ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤਾਂ ਪਹਿਲੇ ਰਸਤਾ ਦਿਖਾਈ ਦੇਵੇ। ਰਸਤੇ ਦਾ ਦਿਖਾਈ ਦੇਣਾ ਬੜਾ ਲਾਜ਼ਮੀ ਹੈ। ਫਿਰ ਚੱਲਣ ਵਾਸਤੇ ਪੈਰ ਵੀ ਹੋਵਣ। ਵਿਖਾਈ ਦਿੰਦਾ, ਚੱਲਣ ਦੀ ਤੌਫੀਕ ਨਹੀਂ, ਰਸਤਾ ਦੇਖਿਆ ਹੋਇਆ ਵਿਅਰਥ ਹੋ ਗਿਆ। ਲੇਕਿਨ ਮੈਂ ਅਰਜ਼ ਕਰਾਂ, ਚੱਲਣ ਦੀ ਤੌਫੀਕ ਹੈ, ਰਸਤਾ ਤੇ ਨਹੀਂ ਦਿਖਾਈ ਦਿੰਦਾ। ਐਸਾ ਮਨੁੱਖ, ਐਸਾ ਕਿਆਸ ਕੀਤਾ ਜਾਂਦਾ ਹੈ, ਸਮਾਂ ਜ਼ਰਾ ਜ਼ਿਆਦਾ ਲੱਗ ਜਾਏਗਾ, ਭਟਕਦਿਆਂ ਪਹੁੰਚ ਜਾਏਗਾ। ਰਹਿ ਗਈ ਗੱਲ ਹੁਣ ਅੰਤਰੀਵ ਦੁਨੀਆ ਦੀ। ਪਰਮਾਤਮਾ ਨੂੰ ਜਿਹੜਾ ਸਮਝਣਾ ਹੈ, ਜਾਣਨਾ ਹੈ, ਇਹ ਤੇ ਰਸਤੇ ਦਾ ਵੇਖਣਾ ਹੈ। ਇਸ ਤਰ੍ਹਾਂ ਦੇ ਜਾਣਕਾਰ, ਜਾਣਨ ਵਾਲੇ, ਰਸਤੇ ਨੂੰ ਸਮਝਣ ਵਾਲੇ, ਇਹਨਾਂ ਦੀ ਤਾਦਾਦ ਬਥੇਰੀ ਹੈ, ਘੱਟ ਨਹੀਂ ਹੈ। ਬੜੇ ਗਿਆਨੀ ਨੇ ਇਸਲਾਮੀ ਦੁਨੀਆ 'ਚ ਵੀ ਜੋ ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ, ਲਾ ਮਕਾਨ ਹੈ, ਉਹਦਾ ਕੋਈ ਥਾਂ ਟਿਕਾਣਾ ਨਹੀਂ, ਉਹਦਾ ਕੋਈ ਸ਼ਰੀਕ ਨਹੀਂ, ਉਹ ਲਾ ਮਹਿਦੂਦ ਹੈ, ਉਹਦੀ ਕੋਈ ਸੀਮਾ ਨਹੀਂ। ਇਸ ਤਰ੍ਹਾਂ ਭਾਰਤ ਦੇ 'ਚ ਬੌਧੀ ਕਿਹਾ, ਜੈਨੀ ਕਿਹਾ, ਸਨਾਤਨੀ ਕਿਹਾ, ਸਾਰੇ ਹੀ ਕਹਿੰਦੇ ਨੇ ਬੇਅੰਤ ਹੈ, ਜ਼ਾਤ ਪਾਤ ਤੋਂ ਨਿਆਰਾ ਹੈ, ਰੰਗ ਰੂਪ ਤੋਂ ਨਿਆਰਾ ਹੈ, ਵਰਨ ਭੇਖ ਤੋਂ ਨਿਆਰਾ ਹੈ, ਉਹਦੀ ਕੋਈ ਸੀਮਾ ਨਹੀਂ, ਬੇਅੰਤ ਹੈ, ਬੇਅੰਤ ਹੈ। ਸਿੱਖ ਜਗਤ ਦੇ 'ਚ ਵੀ ਕਰੀਬਨ ਗਿਆਨੀ ਇਹੀ ਕੁਛ ਕਹਿੰਦੇ ਨੇ। ਬੇਅੰਤ ਹੈ, ਬੇਅੰਤ ਹੈ, ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਿਤ ਨਹੀਂ। ਅਸੀਮ ਹੈ, ਅਸੀਮ ਹੈ, ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਹੈ। ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ, ਮੰਜ਼ਿਲ ਨਹੀਂ। ਜੈਸੇ ਕਿਸੇ ਥਾਂ ਤੇ ਅਸੀਂ ਪਹੁੰਚਣਾ ਹੈ ਤੇ ਕਿਸੇ ਨੇ ਰਸਤਾ ਦੱਸ ਦਿੱਤਾ ਜਾਂ ਰਸਤਾ ਦੱਸ ਰਿਹਾ ਨਾਲ ਹੈ, ਤਾਂ ਰਸਤਾ ਤੇ ਦਿਖਾਈ ਦੇ ਰਿਹਾ, ਜਿੱਥੇ ਅਸੀਂ ਪਹੁੰਚਣਾ ਉੱਤੇ ਨਹੀਂ। ਜਗਤ ਦੇ 'ਚ ਪਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਵੱਖ ਵੱਖ ਮੰਤਰਾਂ ਦਾ ਰਟਨ ਇਹ ਰਸਤਾ ਹੈ।
ਰਾਮ ਜਪਣਾ, ਅੱਲਾਹੂ ਜਪਣਾ, ਓਮ ਜਪਣਾ, ਗੋਬਿੰਦ ਜਪਣਾ, ਵਾਹਿਗੁਰੂ ਜਪਣਾ, ਸੋਹੰਗ ਜਪਣਾ, ਓਮ ਜਪਣਾ, ਇਹ ਸਭ ਮੰਤਰ ਰਸਤਾ ਨੇ, ਮਾਰਗ ਨੇ। ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ। ਕੋਈ ਦੌੜਦਾ ਹੈ, ਕੋਈ ਆਹਿਸਤਾ ਚੱਲਦਾ ਹੈ, ਕੋਈ ਬਹੁਤ ਆਹਿਸਤਾ ਚੱਲਦਾ ਹੈ। ਤੋ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ, ਇਤਨੇ ਝਗੜੇ ਨੇ, ਅਕਸਰ ਮਨੁੱਖ ਰਸਤਿਆਂ 'ਚ ਹੀ ਰਹਿ ਜਾਂਦਾ ਹੈ। ਕਿਉਂਕਿ ਗੱਲ ਰਸਤੇ ਦੀ, ਮੰਜ਼ਿਲ ਦੀ ਤੇ ਹੈ ਨਹੀਂ। ਕਈ ਦਫਾ ਚੱਲ ਚੱਲ ਕੇ ਮਨੁੱਖ ਜਦ ਥੱਕਦਾ ਹੈ, ਟੁੱਟਦਾ ਹੈ ਤੇ ਪਹੁੰਚਦਾ ਨਹੀਂ, ਰਸਤੇ ਬਦਲਦਾ ਵੀ ਹੈ। ਇਹ ਵੀ ਮਹਿਸੂਸ ਕਰਦੇ ਹਾਂ। ਲੋਕੀ ਮਜ਼ਹਬ ਬਦਲ ਲੈਂਦੇ ਨੇ, ਬਦਲਣਾ, ਧਰਮ ਬਦਲ ਲੈਣਾ, ਸ਼ਾਇਦ ਉੱਥੇ ਕੋਈ ਗੱਲ ਹੋਵੇ। ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ, ਲੇਕਿਨ ਬੇਸ਼ਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ, ਗਿਆਨ ਨਹੀਂ ਹੈ, ਇਸ ਪਾਸੇ ਦਾ ਸ਼ੌਕ ਨਹੀਂ ਹੈ। ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਿਤ ਨਹੀਂ ਨੇ। ਨਮਾਜ਼ ਪੜ੍ਹ ਰਹੇ ਨੇ, ਖੁਦਾ ਤੋਂ ਪ੍ਰਭਾਵਿਤ ਨਹੀਂ ਨੇ, ਇੰਨੀ ਮਹਿਸੂਸ ਕਰਦੇ ਹਾਂ। ਬਾਣੀ ਪੜ੍ਹ ਰਹੇ ਨੇ, ਗੁਰੂ ਤੋਂ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਨੇ। ਪੂਜਾ ਪਾਠ ਕਰ ਰਹੇ ਨੇ, ਭਗਵਾਨ ਤੋਂ ਪ੍ਰਭਾਵਿਤ ਨਹੀਂ ਨੇ। ਫਿਰ ਕਿਉਂ ਕਰ ਰਹੇ ਨੇ? ਭਗਵਾਨ ਕੋਲੋਂ ਕੁਛ ਮੰਗਦੇ ਨੇ, ਖੁਦਾ ਕੋਲੋਂ ਕੁਛ ਮੰਗਦੇ ਨੇ। ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ। ਜੋ ਦੇਣ ਵਾਲਾ ਹੈ, ਦਾਤਾ, ਉਸ ਤੋਂ ਪ੍ਰਭਾਵਿਤ ਨਹੀਂ ਨੇ। ਔਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ, ਇਸ ਤਰ੍ਹਾਂ ਜੁੜ ਜਾਂਦੇ ਨੇ, ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਕਦੀ ਚੇਤਾ ਹੀ ਨਹੀਂ ਆਉਂਦਾ, ਉਸਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ। ਉਹਦੀ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਕਿਉਂਕਿ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤ ਹੋਰ ਮਿਲੇ, ਹੋਰ ਮਿਲੇ ਤਾਂ ਕੋਈ ਨਮਾਜ਼ ਪੜ੍ਹ ਰਿਹਾ ਹੈ, ਕੋਈ ਪੂਜਾ ਪਾਠ ਕਰ ਰਿਹਾ ਹੈ, ਕੋਈ ਬਾਣੀ ਪੜ੍ਹ ਰਿਹਾ ਹੈ, ਕੋਈ ਗੁਰਦੁਆਰੇ ਜਾ ਰਿਹਾ ਹੈ, ਕੋਈ ਮੰਦਰ ਮਸਜਿਦ ਜਾ ਰਿਹਾ ਹੈ। ਸਭ ਦਾਤ ਨਾਲ ਜੁੜੇ ਹੋਏ ਨੇ। ਦਾਤ ਦੀ ਮੰਗ, ਦਾਤੇ ਦੀ ਕੋਈ ਖਬਰ ਨਹੀਂ, ਮੰਜ਼ਿਲ ਦੀ ਕੋਈ ਸਮਝ ਨਹੀਂ, ਰਸਤਿਆਂ ਦੀ ਥੋੜੀ ਬਹੁਤ ਸਮਝ ਹੈ। ਵੀ ਇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ। ਇਸ ਮੰਤਰ ਦੇ ਜਪ ਨਾਲ, ਇਸ ਤਰ੍ਹਾਂ ਦੇ ਪੂਜਾ ਪਾਠ ਨਾਲ, ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ, ਇਹ ਵਸਤੂ ਮਿਲ ਜਾਏ। ਤੋ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਝ ਇਹ ਕਰ ਰਹੇ ਨੇ, ਦਾਤੇ ਲਈ ਨਹੀਂ, ਦਾਤੇ ਤੋਂ ਪ੍ਰਭਾਵਿਤ ਨਹੀਂ। ਜਦ ਦਾਤ ਤੋਂ ਪ੍ਰਭਾਵਿਤ ਨਹੀਂ ਤੇ ਦਾਤ ਲਈ ਕੁਝ ਕਰ ਰਹੇ ਨੇ, ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ। ਕੋਟ ਮਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਇਨ੍ਹਾਂ ਨਮਾਜ਼ੀਆਂ ਦੇ 'ਚ, ਇਨ੍ਹਾਂ ਪੂਜਾ ਪਾਠ ਕਰਨ ਵਾਲਿਆਂ ਦੇ 'ਚ, ਇਨ੍ਹਾਂ ਬਾਣੀ ਦਾ ਜਪ ਕਰਨ ਵਾਲਿਆਂ ਦੇ 'ਚ, ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ 'ਚ, ਸਾਹਿਬ ਕਹਿੰਦੇ ਕੋਈ ਕਰੋੜਾਂ 'ਚ ਇੱਕ ਅੱਧ ਸੇਵਕ ਹੁੰਦਾ ਹੈ ਜੋ ਦਾਤੇ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਹੈ, ਖੁਦਾ ਤੋਂ ਪ੍ਰਭਾਵਿਤ ਹੈ, ਈਸ਼ਵਰ ਤੋਂ ਪ੍ਰਭਾਵਿਤ ਹੈ। ਹੁਣ ਸਤਿਗੁਰੂ ਕਰੋੜਾਂ 'ਚ ਇੱਕ ਕਹਿ ਰਹੇ ਨੇ। ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਜੋ ਅਨੁਭਵੀ ਪੁਰਸ਼ਾਂ ਨੇ ਕੀਤੀ ਹੈ। ਕਿਸੇ ਮਸਜਿਦ ਵਿੱਚ 10,000 ਦੇ ਕਰੀਬ ਨਮਾਜ਼ੀ ਹੋਣ, ਕਿਸੇ ਚਰਚ ਦੇ ਵਿੱਚ
10,000 ਮਨੁੱਖ ਬੈਠੇ ਉਹਨੂੰ ਪ੍ਰੇਰ ਕਰਨ ਵਾਸਤੇ। ਕਿਸੇ ਮੰਦਰ ਵਿੱਚ 10,000 ਦਾ ਕਿਧਰੇ ਇਕੱਠ ਹੋਵੇ ਪੂਜਾ ਕਰਨ ਲਈ, ਦਰਸ਼ਨ ਕਰਨ ਲਈ, ਤੇ ਕਿਸੇ ਗੁਰਦੁਆਰੇ 'ਚ ਕਿਧਰੇ 10,000 ਦੇ ਕਰੀਬ ਸਤਸੰਗੀ ਬੈਠੇ ਹੋਣ, ਉਹਨਾਂ 'ਚ ਇੱਕ ਜਗਿਆਸੂ ਹੁੰਦਾ। ਜਾਗ ਪਿਆ, ਥੋੜੀ ਸਮਝ ਆ ਗਈ, ਪਤਾ ਚੱਲ ਗਿਆ, ਪਰਮਾਤਮਾ ਦਾ ਪਤਾ ਚੱਲ ਗਿਆ, ਸਮਝ ਆ ਗਈ ਹੈ ਮੈਂ ਦਾਤ ਤੋਂ ਪ੍ਰਭਾਵਿਤ ਸੀ, ਦਾਤੇ ਤੋਂ ਪ੍ਰਭਾਵਿਤ ਨਹੀਂ। ਦਾਤੇ ਦੇ ਪ੍ਰਤੀ ਜਾਗ ਪਿਆ, ਦਾਤੇ ਤੋਂ ਪ੍ਰਭਾਵਿਤ ਹੋ ਗਿਆ, ਸਿਰਫ ਪ੍ਰਭਾਵਿਤ ਹੋਇਆ, ਸਿਰਫ ਪ੍ਰਭਾਵਿਤ ਹੋਇਆ। ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਮ ਨਹੀਂ ਕਰਦਾ, ਕੋਈ ਮਿਹਨਤ ਨਹੀਂ ਕਰਦਾ, ਕੋਈ ਸਮਾਂ ਨਹੀਂ ਕੱਢਦਾ, ਕੋਈ ਸੰਘਰਸ਼ ਨਹੀਂ ਕਰਦਾ। ਇਸ ਤਰ੍ਹਾਂ ਹੈ। 10,000 ਦੇ ਇਕੱਠ ਦੇ ਵਿੱਚ ਮੰਦਰ, ਮਸਜਿਦ, ਚਰਚ, ਗੁਰਦੁਆਰੇ ਇੱਕ ਜਗਿਆਸੂ ਹੁੰਦਾ। ਫਿਰ 10,000 ਦੇ ਕਰੀਬ ਜਗਿਆਸੂ ਹੋਵਨ, ਜੋ ਥੋੜੇ ਜਾਗ ਪਏ ਨੇ, ਦਾਤੇ ਤੋਂ ਪ੍ਰਭਾਵਿਤ ਨੇ, ਦਾਤ ਤੋਂ ਨਹੀਂ। ਦਾਤ ਤੇ ਹੈ ਜੋ ਕੁਛ ਹੈ, ਪਤਾ ਚੱਲ ਗਿਆ ਪਰਿਵਾਰ ਇੱਕ ਦਾਤ ਹੈ, ਬੱਚੇ ਇੱਕ ਦਾਤ ਨੇ, ਧਨ ਸੰਪਦਾ ਇੱਕ ਦਾਤ ਹੈ, ਜੀਵਨ ਇੱਕ ਦਾਤ ਹੈ। ਸੂਰਜ ਦੀ ਰੋਸ਼ਨੀ ਸਾਨੂੰ ਦਾਨ ਦੇ ਵਿੱਚ ਮਿਲ ਰਹੀ ਹੈ, ਵਗਦੀ ਹੋਈ ਪਵਨ ਦਾਨ ਹੈ। ਬਹੁਤ ਕੁਛ ਜਿਸ ਦਾ ਅਸੀਂ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ। ਦਾਤਾ ਉਹ ਦੇ ਰਿਹਾ। ਲੇਕਿਨ 10,000 ਸਤਸੰਗੀਆਂ ਦੇ ਚੋਂ ਕੋਈ ਇੱਕ ਦਾਤੇ ਤੋਂ ਪ੍ਰਭਾਵਿਤ ਹੋ ਗਿਆ। ਇੱਕ, ਉਸ ਨੂੰ ਜਗਿਆਸੂ ਕਹਿੰਦੇ ਨੇ। ਜਾਗ ਪਿਆ, ਨਿਰਾ ਸੁੱਤਾ ਹੋਇਆ ਨਹੀਂ, ਜਾਗ ਪਿਆ। ਨਿਰੇ ਐਵੇਂ ਗੁਰਦੁਆਰੇ ਨਹੀਂ ਆਇਆ, ਕੁਝ ਸਮਝ ਹੈ। ਸਿਰਫ ਐਵੇਂ ਬਾਣੀ ਨਹੀਂ ਪੜ੍ਹ ਰਿਹਾ, ਕੁਝ ਸਮਝ ਹੈ। ਸਿਰਫ ਐਵੇਂ ਹੀ ਨਹੀਂ ਜਪ ਕਰ ਰਿਹਾ, ਕੁਝ ਸਮਝ ਹੈ। ਸਿਰਫ ਐਵੇਂ ਹੀ ਨਹੀਂ ਹੱਥ ਵਿੱਚ ਗੁਟਕਾ ਲਈ ਬੈਠਾ, ਕੁਝ ਸਮਝ ਹੈ ਉਸ ਨੂੰ। ਜਗਿਆਸੂ। ਇਹ ਆંકੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ, ਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜ੍ਹਿਆ, ਥੋੜੀ ਜਿਹੀ ਸਮਝ ਆਈ, ਤੁਹਾਡੇ ਸਾਹਮਣੇ ਰੱਖ ਰਿਹਾ। 10,000 ਨਿਮਾਜ਼ੀ ਕਿਸੇ ਮਸਜਿਦ ਦੇ ਹੋਵਨ, 10,000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ ਹੋਵਨ, 10,000 ਦੇ ਕਰੀਬ ਪ੍ਰੇਰ ਕਰਨ ਵਾਲੇ ਕਿਸੇ ਚਰਚ ਦੇ 'ਚ ਬੈਠੇ ਹੋਵਨ, ਤੇ 10,000 ਗੁਰਸਿੱਖ ਸਤਸੰਗੀ ਕਿਸੇ ਗੁਰਦੁਆਰੇ 'ਚ ਬੈਠੇ ਹੋਵਨ। ਇੱਕ ਜਗਿਆਸੂ ਹੁੰਦਾ, ਬਹੁਤੇ ਨਹੀਂ ਹੁੰਦਾ, ਇੱਕ ਹੁੰਦਾ ਜੋ ਜਾਗ ਪਿਆ, ਸਮਝ ਆ ਗਈ। ਮੇਰੀ ਦਾਤ ਲਈ ਉਹ ਹੁਣ ਗੁਰਦੁਆਰੇ ਨਹੀਂ ਆਉਂਦਾ, ਦਾਤੇ ਲਈ ਆਉਂਦਾ। ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜ੍ਹਦਾ, ਹੁਣ ਦਾਤੇ ਵਾਸਤੇ ਪੜ੍ਹਦਾ। ਸਮਝ ਆ ਗਈ। ਇਸ ਤਰ੍ਹਾਂ 10,000 ਦੇ ਕਰੀਬ ਹੋਵਨ ਤੇ ਕੋਈ ਇੱਕ ਜਗਿਆਸੂ ਹੁੰਦਾ ਹੈ। ਫਿਰ ਗਿਣਤੀ ਕਰਦੇ ਨੇ, 10,000 ਜਗਿਆਸੂ ਹੋਵਨ, ਇੱਕ ਸਾਧੂ ਹੁੰਦਾ ਹੈ। ਇੱਕ ਸਾਧੂ ਹੁੰਦਾ ਹੈ। ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ, ਤੇ ਜਗ੍ਹਾ ਛੋਟੀ ਹੁੰਦੀ ਜਾ ਰਹੀ, ਥੱਲੇ ਬਹੁਤ ਜ਼ਿਆਦਾ। ਜਿਤਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ। 10,000 ਜਗਿਆਸੂ ਹੋਵਨ, ਉਹਨਾਂ 'ਚ ਕੋਈ ਇੱਕ ਅੱਧ ਸਾਧੂ ਆਉਂਦਾ ਹੈ ਜੋ ਬੜਾ ਤੇਜ਼ੀ ਨਾਲ ਚੱਲ ਪਿਆ।
ਨਿਰਾ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ, ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਕੱਢਦਾ ਹੈ, ਪੂਰਾ ਸੰਘਰਸ਼ ਕਰਦਾ ਹੈ, ਪੂਰੀ ਮਿਹਨਤ ਕਰਦਾ ਹੈ, ਪੂਰਾ ਜਪ ਤਪ ਕਰਦਾ ਹੈ। ਨਿਰਾ ਪ੍ਰਭਾਵਿਤ ਹੀ ਨਹੀਂ ਹੋਇਆ, ਨਿਰੀ ਸਮਝ ਹੀ ਨਹੀਂ ਆਈ। ਜਿਸ ਦੀ ਸਮਝ ਆਈ ਹੈ ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪਿਆ, ਮਿਹਨਤ ਕਰਨ ਲੱਗ ਪਿਆ, ਬੜੀ ਮਿਹਨਤ ਕਰਨ ਲੱਗ ਪਿਆ। ਇਹਨੂੰ ਸਾਧੂ ਕਹਿੰਦੇ ਨੇ। ਹੁਣ ਹੋਰ ਸੁਣ ਲਓ, 10,000 ਦੇ ਕਰੀਬ ਸਾਧੂ ਹੋਵਨ, ਇਹਨਾਂ 'ਚ ਇੱਕ ਸੰਤ ਆਉਂਦਾ ਹੈ ਜੋ ਪਹੁੰਚ ਗਿਆ, ਇੱਕ। ਇਸ ਤਰ੍ਹਾਂ ਇਹ ਕਰੋੜਾਂ 'ਚ ਕੋਈ ਇੱਕ ਕਦ ਬਣੇਗਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੀਤ, ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ। ਕਰੋੜਾਂ 'ਚ ਕੋਈ ਇੱਕ। ऐसा क्यों है? मैं दोहरावां, बड़ा बारीक मजमून है परमात्मा, और इस वास्ते बड़ी बारीक अकल चाहिए है। अकल मनुख कोल मोटी हो गई, हर वक्त संसार का चिंतन करिए, परिवार का चिंतन करिए, कारोबार का चिंतन करिए, ये सब आकार रखते हैं, मोटे ने। अकल मोटी हो जाती, मोटी हो जाती। ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰੀਕ ਕਰਦਾ ਹੈ। ਸਾਹਿਬ ਤੇ ਕਹਿੰਦੇ ਨੇ, ਜਦ ਸਾਧਨਾ ਕਰਨ ਦੇ ਵਿੱਚ ਬੈਠੇ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ, ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। हे ਪ੍ਰਭੂ, ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ, ਤੈਨੂੰ ਸਮਝ ਸਕੇ। ਤਾਂ ਹੁਣ ਮੈਂ ਅਰਜ਼ ਕਰਾਂ, ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਚੱਲਣ ਵਾਸਤੇ ਪੈਰ ਚਾਹੀਦੇ ਨੇ। ਗਿਆਨ ਅੱਖ ਹੈ, ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ। ਪਿਆਰ ਦੇ ਹੀ ਸਾਰੇ ਰੂਪ ਨੇ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਪਿਆਰ ਇੱਕ ਰੂਪ ਦੇ ਚ ਨਹੀਂ ਹੈ, ਇਹਦੇ ਕਈ ਰੂਪ ਨੇ। ਸੰਬੰਧ ਪਿਆਰ ਨਾਲ ਜੁੜਦਾ ਹੈ, ਗਿਆਨ ਨਾਲ ਨਹੀਂ। ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ, ਸੰਬੰਧ ਤੇ ਨਹੀਂ ਜੁੜਦਾ। ਸੰਬੰਧ ਤੇ ਪਿਆਰ ਨਾਲ ਜੁੜਦਾ। ਮੈਨੂੰ ਪਤਾ ਚੱਲ ਜਾਏ ਫਲਾਣਾ, ਉਹਦੇ ਨਾਮ ਧਾਮ ਦਾ ਵੀ ਪਤਾ ਚੱਲ ਜਾਏ, ਉਹਦੀ ਸ਼ਖਸੀਅਤ ਦਾ ਵੀ ਪਤਾ ਚੱਲ ਜਾਏ, ਇਹਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ। ਸੰਬੰਧ ਪ੍ਰੇਮ ਜੋੜਦਾ, ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਦੇਖਣਾ ਤੇ ਦੂਰੋਂ ਵੀ ਹੋ ਸਕਦਾ, ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਹਾਂ, ਦੇਖਣ ਦਾ ਕੀ ਹੈ, ਸੂਰਜ ਨੂੰ ਵੇਖ ਲੈਂਦੇ ਹਾਂ, ਗ੍ਰਹਿ ਨਛੱਤਰਾਂ ਨੂੰ ਵੇਖ ਲੈਂਦੇ ਹਾਂ, ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਹਾਂ। ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਏਗੀ ਨਾ, ਉੱਥੇ ਤੱਕ ਪਹੁੰਚਣ ਵਾਸਤੇ ਤੇ ਕੁਝ ਯਤਨ ਕਰਨਾ ਪਏਗਾ ਨਾ। ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ, ਗਿਆਨ ਨੇੜੇ ਨਹੀਂ ਲੈ ਜਾਂਦਾ। ਅਗਲੇ ਦੀ ਕਿਤਨੀ ਵੀ ਸਮਝ ਪੈ ਜਾਏ ਇਹ ਫਲਾਣਾ ਹੈ, ਇਹ ਫਲਾਣਾ ਹੈ, ਉਹਦੀ ਸਾਰੀ ਜ਼ਾਤ ਪਾਤ, ਨਾਮ ਧਾਮ, ਕੰਮ ਸਭ ਕੁਝ ਦਾ ਪਤਾ ਚੱਲ ਜਾਏ, ਜਾਣਕਾਰੀ ਮਿਲ ਗਈ ਹੈ, ਦੂਰੀ ਬਣੀ ਰਹਿੰਦੀ ਹੈ। ਪਤਾ ਤੇ ਚੱਲ ਗਿਆ ਮਨੁੱਖ ਕੌਣ ਹੈ, ਕੀ ਹੈ, ਲੇਕਿਨ ਦੂਰੀ ਬਣੀ ਹੋਈ ਹੈ ਕਿਉਂਕਿ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ। ਪਿਆਰ ਨੇੜੇ ਲੈ ਜਾਂਦਾ ਹੈ। ਗਿਆਨੀ ਉਰਾਰ ਹੀ ਰਹਿ ਜਾਂਦੇ ਨੇ। ਇਤਨੀ ਮੈਂ ਅਰਜ਼ ਕਰਾਂ, ਬੜੇ ਬੜੇ ਗਿਆਨੀ ਇਸਲਾਮੀ ਜਗਤ ਦੇ, ਹਿੰਦੂ ਜਗਤ ਦੇ, ਸਿੱਖ ਜਗਤ ਦੇ ਬੜੀ ਸਿਰ ਖਪਾਈ ਕਰਦੇ ਰਹਿ ਜਾਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਦੀ ਲੋੜ ਹੈ, ਵੇਖ ਸਕੇ ਰਸਤਾ, ਪਰ ਵੇਖਣ ਨਾਲ ਸਿਰਫ ਪਤਾ ਚੱਲਿਆ, ਸੰਬੰਧ ਤੇ ਕੋਈ ਨਹੀਂ ਜੁੜਿਆ, ਰਿਸ਼ਤਾ ਤੇ ਨਹੀਂ ਜੁੜਿਆ, ਉਹ ਤੇ ਪਿਆਰ ਨਾਲ ਜੁੜਦਾ ਹੈ। ਹੁਣ ਪਿਆਰ ਦੇ ਕੁਝ ਰੂਪ ਮੰਨੇ ਗਏ ਨੇ। ਪਿਆਰ ਨੂੰ ਸਨੇਹ ਆਖਿਆ ਗਿਆ, ਪਿਆਰ ਨੂੰ ਪ੍ਰੇਮ ਆਖਿਆ ਗਿਆ, ਪਿਆਰ ਨੂੰ ਸ਼ਰਧਾ ਆਖਿਆ ਗਿਆ, ਪਿਆਰ ਨੂੰ ਭਗਤੀ ਆਖਿਆ ਗਿਆ। ਸਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਹਦਾ ਹੈ ਉਸ ਨੂੰ ਭਗਤੀ ਕਹਿੰਦੇ ਨੇ।
ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ, ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਹੁੰਦਾ ਹੈ, ਬੱਚਿਆਂ ਨਾਲ ਹੋ ਸਕਦਾ ਹੈ। ਬਿਨਾਂ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ। ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ। ਸਨੇਹ ਪਸ਼ੂਆਂ ਦੇ 'ਚ ਵੀ ਆਉਂਦਾ ਹੈ, ਕੀੜੇ ਮਕੌੜਿਆਂ 'ਚ ਵੀ ਆਉਂਦਾ ਹੈ, ਪੰਛੀਆਂ 'ਚ ਵੀ ਆਉਂਦਾ ਹੈ। ਬਲਕਿ ਸਨੇਹ ਕਿਸੇ ਕਿਸੇ ਪਸ਼ੂ 'ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਜੈਸੇ ਬੰਦਰ ਨੇ, ਬੰਦਰੀ ਦਾ ਬੱਚਾ ਮਰ ਵੀ ਜਾਏ, ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਾਈ ਰੱਖਦੀ ਹੈ, ਸੁੱਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਦੇ 'ਚ, ਹਰਿਦੁਆਰ ਦੇ 'ਚ, ਕਾਨਪੁਰ ਦੇ 'ਚ ਦੇਖ ਕੇ ਦੰਗ ਰਹਿ ਗਿਆ, ਬਨਾਰਸ ਦੇ 'ਚ ਦੇਖ ਕੇ ਦੰਗ ਰਹਿ ਗਿਆ। ਹੈ ਤੇ ਬੱਚਾ ਮੁਰਦਾ, ਸੁੱਟਦੀ ਨਹੀਂ ਪਈ, ਅੱਧਾ ਗਲ ਗਿਆ, ਲੀਰਾਂ ਲੀਰਾਂ ਹੋ ਗਿਆ, ਨਹੀਂ ਸੁੱਟਦੀ ਪਈ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪ੍ਰਬਲ ਹੈ, ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ ਹੈ, ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸੇ ਸਨੇਹ ਨੂੰ ਮੋਹ ਕਹਿ ਦਿੰਦੇ ਨੇ। ਘਿਰਣਾ ਨਹੀਂ ਇਸ ਮੋਹ ਨਾਲ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ। ਏ ਪ੍ਰਭੂ, ਜੇ ਕਿਧਰੇ ਤੂੰ ਮੋਹ ਦੇ 'ਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪਲਣੇ ਹੀ ਨਹੀਂ ਸਨ, ਨਾ ਪਸ਼ੂਆਂ ਦੇ ਨਾ ਮਨੁੱਖਾਂ ਦੇ। ਰੋਂਦਾ ਰਹਿ ਜਾਣਾ ਸੀ ਬੱਚਾ, ਕਿਸ ਨੇ ਦੁੱਧ ਪਿਲਾਣਾ ਸੀ। ਤੜਫ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ। ਸਾਰਾ ਦਿਨ ਦਾਣਾ ਲੱਭਦੀ ਏ ਚਿੜੀ, ਆ ਕੇ ਬੱਚੇ ਦੇ ਮੂੰਹ 'ਚ ਪਾਉਂਦੀ ਹੈ। ਐਸਾ ਸਭ ਕੁਝ ਸਨੇਹ ਕਰਾ ਰਿਹਾ ਹੈ ਉਹਦੇ ਕੋਲ। ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾਂਕੇ ਗਊ ਚਰਾਵਨ ਛਾੜੀ ਅਲੇ, ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਰੇ। ਭਾਵੇਂ ਚਰਵਾਹਾ ਗਵਾਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਉਣ ਵਾਸਤੇ, ਪਰ ਉਹ ਬਾਰ-ਬਾਰ ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਿਆ। ਉਹਦਾ ਮਨ ਉਸ ਦੇ 'ਚ ਹੈ, ਖਾਂਦੀ ਘਾਹ ਪਈ ਹੈ, ਯਾਦ ਬੱਚੇ ਨੂੰ ਕਰਦੀ ਪਈ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ, ਉੜੇ ਉੜੇ ਆਵੇਂ ਸੈਕੋ ਸਾਂ ਤਿਸ ਪਾਛੇ ਬਛੜੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਿਮਰਨ ਤੋਂ ਮੁਰਾਦ ਯਾਦ। ਕੂੰਜ ਆਪਣੇ ਬੱਚਿਆਂ ਨੂੰ ਗਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੱਡ ਆਉਂਦੀ ਹੈ। ਇਹ ਪਹਾੜੀ ਪੰਛੀ ਹੈ, ਬਰਫਾਨੀ ਇਲਾਕੇ ਦਾ। ਜੈਸੇ ਨਵੀਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ 'ਚ ਆ ਜਾਂਦੀਆਂ, ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ, ਜੋ ਅਕਸਰ ਸਤੰਬਰ ਅਕਤੂਬਰ ਦੇ 'ਚ ਹੀ ਆਉਂਦੇ ਨੇ। ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਨੇ। ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਰਿਜ਼ਕ ਲੱਭਦਾ ਨੇ। ਉਡੇ ਉਡੇ ਆਵੇਂ ਸੈਕੋ ਸਾਂ ਤਿਸ ਪਾਛੇ ਬਛੜੇ ਛਰਿਆ। ਸੈਂਕੜੇ ਕੋ ਇੱਕ ਕੋ 2 ਮੀਲ ਦਾ ਬਾਹ, ਹਜ਼ਾਰਾਂ ਮੀਲ ਆ ਜਾਂਦੀਆਂ, ਦੂਰ ਆ ਜਾਂਦੀਆਂ। ਹਿਮਾਲਿਆ ਦਾ ਇਹ ਪੰਛੀ ਹੈ, ਮੈਦਾਨੀ ਇਲਾਕਿਆਂ 'ਚ ਆ ਜਾਂਦਾ ਹੈ। ਉਡੇ ਉਡੇ ਆਵੇਂ ਸੈਕੋ ਸਾਂ ਤਿਸ ਪਾਛੇ ਬਛੜੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ, ਮਾਂ ਤੇ ਹੈ ਕੋਈ ਨਹੀਂ, ਉਹ ਤੇ ਆ ਗਈ ਹੈ, ਛੋੜ ਕੇ ਆ ਗਈ ਹੈ। ਫਿਰ ਉਹ ਪਲਦੇ ਕਿਸ ਤਰ੍ਹਾਂ ਨੇ, ਵੱਡੇ ਕਿਸ ਤਰ੍ਹਾਂ ਆਉਂਦੇ ਨੇ। ਮਨ ਮੈਂ ਸਿਮਰਨ ਕਰਿਆ, ਕਿ ਪਰਮਾਤਮਾ ਦਾ ਸਿਮਰਨ ਕੀਤਾ ਹੈ। ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂੰਜ ਦੇ ਬੱਚੇ ਨੇ ਕੀ ਕਰਨਾ ਹੈ। ਕਿਆ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ?
ਇਤਨੀ ਤੌਫੀਕ ਤੇ ਮਨੁੱਖ ਦੇ ਵਿੱਚ ਵੀ ਨਹੀਂ ਹੈ, ਕੂੰਜ ਕਿੱਥੋਂ ਕਰੇਗੀ। ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ, ਮਨ ਮੈਂ ਸਿਮਰਨ ਕਰਿਆ, ਸਿਮਰਨ ਪਰਮਾਤਮਾ ਦਾ ਨਹੀਂ, ਫਿਰ ਕਿਸ ਦਾ? ਇਹਨੂੰ ਗੁਰਬਾਣੀ ਖੋਲ੍ਹਦੀ। ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਦੂਸਰਾ ਸ਼ਬਦ, ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾਰੇ। ਕੂੰਜ ਜਦ ਮੈਦਾਨੀ ਇਲਾਕਿਆਂ 'ਚ ਆ ਜਾਂਦੀ ਹੈ, ਦਾਣਾ ਚੁਗਦੀ ਹੈ, ਬੱਚੇ ਨੂੰ ਯਾਦ ਕਰਦੀ ਹੈ, ਫਿਰ ਚੁਗਦੀ ਹੈ, ਯਾਦ ਕਰਦੀ ਹੈ, ਦਾਣੇ ਚੁਗਦੀ ਜਾ ਰਹੀ ਹੈ, ਯਾਦ ਕਰਦੀ ਜਾ ਰਹੀ ਹੈ। ਯਾਦ ਦੇ 'ਚ ਇਤਨੀ ਗਹਿਰੀ ਲੀਨ ਹੋ ਜਾਂਦੀ ਹੈ, ਭੁੱਲ ਜਾਂਦੀ ਹੈ ਮੈਂ ਯਾਦ ਕਰ ਰਹੀ ਹਾਂ। ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ, ਮੈਂ ਨਹੀਂ ਚੁਗ ਰਹੀ। ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ, ਧਿਆਨ ਮਿਟ ਗਿਆ, ਦੇਹ ਰਹਿ ਗਈ। ਜੈਸੇ ਪਾਲਕੀ ਦਾ ਗੁੰਬਦ ਹੈ, ਮੈਂ ਇਹਨੂੰ ਵੇਖਾਂ, ਇਹਦੇ 'ਚ ਧਿਆਨ ਜੋੜਾਂ, ਤਾਂ ਮੈਂ ਤੇ ਧਿਆਤਾ, ਤੇ ਜਿਸ ਦੇ 'ਚ ਮੈਂ ਧਿਆਨ ਜੋੜ ਰਿਹਾ ਉਹ ਦੇਹ, ਵਿਚਕਾਰ ਤੇ ਧਿਆਨ ਹੈ। ਪਰ ਧਿਆਨ ਦੇ 'ਚ ਪਿਆਰ ਹੈ, ਧਿਆਨ ਦੇ 'ਚ ਯਾਦ ਹੈ, ਧਿਆਨ ਦੇ 'ਚ ਉਮੰਗ ਹੈ, ਧਿਆਨ ਦੇ 'ਚ ਪਿਆਰ ਹੈ। ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ, तो कहते ने ध्याता मिट जाएगा, ध्यान मिट जाएगा, देह रह जाएगी, देह रह जाएगी। कूंज इतना ध्यान पूर्वक, इतना सिमरती दे नाल दाने चुगदी है, वो भुल जाती है मैं चुग रही हूं, बच्चा चुग रहा है। बस इस नाल वो बच्चे पलदे ने। ਵਿਗਿਆਨ ਇਸ ਗੱਲ ਨੂੰ ਤੇ ਤਸਲੀਮ ਕਰਦਾ ਪਿਆ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ, ਬੜੇ ਦੂਰ ਤੱਕ ਪਹੁੰਚਾਏ ਜਾ ਸਕਦੇ ਨੇ। ਇੱਕ ਮਨੁੱਖ ਕਿਧਰੇ ਬੈਠਾ ਹੈ, ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਹੈ ਤੇ ਉਹਨੂੰ ਯਾਦ ਕਰ ਰਿਹਾ ਹੈ, ਇਹ ਪਹੁੰਚ ਜਾਂਦੀ ਹੈ, ਇਹ ਵਿਚਾਰ ਪਹੁੰਚਦੇ ਨੇ, ਇਹ ਸੋਚਣੀ ਪਹੁੰਚ ਜਾਂਦੀ ਹੈ, ਪ੍ਰਭਾਵਿਤ ਕਰਦੀ ਹੈ। ਪੰਜਾਬ ਦੇ ਤੇ ਕਹਿੰਦੇ ਨੇ ਖੈਰ ਹੋਵੇ, ਸੈਯਦ ਫਲਾਣੇ ਦੀ ਬੜੀ ਯਾਦ ਆ ਰਹੀ ਹੈ, लगता है वह भी याद कर रहे, वो तो कहते ने इत्थे ऐसा कहते ने। लेकिन किसी की जे बार बार याद आवे, हुण विज्ञान इस गल नूं तस्लीम करता है, अगला भी याद कर रहा है। सूफी ते इंज कहते ने, वो दूजे ढंग नाल कहते ने, वो कहते ने अज खुदा की बड़ी याद आ रही है, लगता है खुदा अज सानू याद कर रहा है। लेकिन भाई गुरदास जी कहते तू एक दफा याद कर, परमात्मा तेनू करोड़ों दफा याद करेगा, तेरी याद इतनी अंदौलत कर देगी। तू सिर्फ एक कदम चल, परमात्मा करोड़ों कदम चलेगा। अगर करोड़ों कदम परमात्मा चले ना, मिलाप हो ही नहीं सकता, तेरे एक कदम नाल नहीं हो सकता। एक एक कदम नाले वाट नहीं तय होएगी, तेरे सिमरन नाले वाट नहीं तय होने लगी। चरण सरन गुर एक पैंडा जाए चल, सतगुर कोट पैंडा आगे होए लेट। तू सिर्फ एक कदम चल, करोड़ों कदम परमात्मा चलेगा, गुरु चलेगा, तां ये फासला तय होवेगा, उंज हो ही नहीं सकता। दिल की गहराई चो एक दफा भी याद करना बड़ा औखा है। कलगीधर पातशाह कहते हैं गुरु गोबिंद सिंह जी महाराज, एक दफा की याद ही मिला देंदी है। एक चित जै एक छिन ते आयो, एक छिन एक सैकंड, काल फास के बीच ना। काल तो बच जाता है, अकाल नाल जुड़ जाता है, परमात्मा नाल जुड़ जाता। याद तो एक दफा ही करना होता है, पर याद मनुख किस नूं करेगा? इतनी गहराई नाल जिस तो प्रभावित होवेगा। मां बच्चे तो प्रभावित है, ये सिमरती निवाण की तरफ चली जाती है, ये प्यार निवाण की तरफ चला जाता है, इनू सने कहते हैं, इनू मोह कहते हैं। मैं फिर अर्ज करा, गुरमत इसकी निंदा नहीं करती, मोह क्यों है? कुर्बान कीता तिसे विटों जिन मोह मीठा लाया। अगर मोह दे च मिठास ना आउंदी
ਨਾ ਪਸ਼ੂਆਂ ਦੇ ਬੱਚੇ ਪਲਣੇ ਸਨ, ਨਾ ਮਨੁੱਖਾਂ ਦੇ। ਸਾਰਾ ਸੰਸਾਰ ਸੁੰਨ ਹੋ ਜਾਣਾ ਸੀ, ਕੁਝ ਵੀ ਨਹੀਂ ਹੋਣਾ ਸੀ। ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਏ, ਅੱਗੇ ਗਿਆ ਹੀ ਨਹੀਂ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ। ਬਸ ਇੰਨੀ ਗੱਲ ਹੈ। ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ। ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ, ਇੱਕ ਵੱਡਾ ਹੁੰਦਾ ਹੈ। ਬੱਚਾ ਹਮੇਸ਼ਾ ਹੀ ਛੋਟਾ, ਮਾਸੂਮ ਹੈ, ਕਮਜ਼ੋਰ ਹੈ, ਮਜਬੂਰ ਹੈ। ਸਨੇਹ ਹੈ ਉਸ ਨਾਲ। ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ। ਸਮਾਂ ਦੇਣਾ ਹੈ ਮਾਂ ਨੇ, ਆਪਣੇ ਅਸਤਰਾਂ ਦਾ ਦੁੱਧ ਦੇਣਾ ਹੈ, ਖੂਨ ਦੇਣਾ ਹੈ, ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ, ਆਪਣੀ ਸ਼ਕਤੀ ਦੇਣੀ, ਸਮਾਂ ਦੇਣਾ, ਵਕਤ ਦੇਣਾ। ਬੱਚੇ ਨੂੰ ਤੇ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ। ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ। ਆਪਣੇ ਬੱਚੇ ਨਾਲ ਹੁੰਦਾ ਸਨੇਹ, ਦੂਜੇ ਨਾਲ ਨਹੀਂ ਹੁੰਦਾ। ਭਾਈ ਗੁਰਦਾਸ ਜੀ ਤੇ ਸਾਫ਼ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਪੇ ਪਾਈ ਹੈ। ਸਾਫ਼ ਕਹਿ ਦਿੱਤਾ। ਠੀਕ ਹੈ, ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ ਹੈ, ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਭਾਈ ਗੁਰਦਾਸ ਐਸਾ ਸਪਸ਼ਟ ਕਰਦੇ ਨੇ। ਮੋਹ ਸਨੇਹ ਬੜਾ ਸੀਮਤ ਹੁੰਦਾ ਹੈ, ਔਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ। ਐਸਾ ਵੀ ਹੋ ਸਕਦਾ ਹੈ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ। ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਖੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ। ਇਹ ਖਵਾਜਾ ਮੁਈਨੁੱਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ। ਹਜ਼ਰਤ ਨਿਜ਼ਾਮੁੱਦੀਨ ਦੇ ਚੇਲੇ ਵੀ ਇਸਨੇ ਇਕੱਠੇ, ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ। ਅਖੀਰ ਦੇ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਨੂੰ ਪਤਾ ਹੈ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਗਏ। ਖਾਹਿਸ਼ ਸੰਤਾਨ ਦੀ, ਬੱਚੇ ਦੀ, ਤਖਤ ਦਾ ਵਲੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ, ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚੇ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ। ਚੌਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ, ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰੂ ਕਹਿਣ ਲੱਗੇ, ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ। ਪਹਿਲੇ ਪੰਗਤ ਫਿਰ ਸੰਗਤ। ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ। ਦੂਰ ਦੂਰ ਲੋਕੀ ਪੈਦਲ ਸੰਗਤਾਂ ਜਾਂਦੀਆਂ ਸਨ। ਕੋਈ ਕਿਸੇ ਪਿੰਡ 'ਚੋਂ ਆ ਰਿਹਾ, ਕੋਈ ਕਿਸੇ ਸ਼ਹਿਰ 'ਚੋਂ ਆ ਰਿਹਾ। ਪੈਦਲ ਲੰਬੀ ਵਾਟ ਤੈਅ ਕਰਕੇ ਆਣਾ ਤਾਂ ਭੁੱਖ ਪਿਆਸ ਤੇ ਹੁੰਦੀ ਸੀ। ਸਤਿਗੁਰੂ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ। ਹਰ ਵਕਤ ਲੰਗਰ ਚੱਲਦਾ ਸੀ। ਪਹਿਲੇ ਪੰਗਤ, ਪਾਛੇ ਸੰਗਤ। ਚੌਬਦਾਰ ਨੇ ਇਹ ਹੁਕਮ ਸਤਿਗੁਰੂ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ, ਪਾਛੇ ਸੰਗਤ। ਬੈਠੋ ਪੰਗਤ ਵਿੱਚ, ਮੂੰਹ ਹੱਥ ਧੋਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ ਵਿੱਚ ਬੈਠਾ ਹੈ, ਔਰ ਇਹ ਅਕਬਰ ਦਾ ਸਵੈਮ ਦਾ ਅਨੁਭਵ ਹੈ। ਕਹਿੰਦੇ ਦਸਤਰਖਵਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਦੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਦੇ ਵਿੱਚ ਮੈਨੂੰ ਆ ਗਿਆ। ਇੰਨਾ ਰਸ, ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ
ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ। ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ, ਇਹ ਲੰਗਰ ਖੁੱਲੇ ਢੰਗ ਨਾਲ ਚਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ ਹੈ, ਸ਼ਹਿਨਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ ਨਿਹਾਲ ਹੋਇਆ, ਖੈਰ ਇਸ ਦੇ ਘਰ ਔਲਾਦ ਹੋਈ, ਸ਼ਾਹਜ਼ਾਦੇ ਦਾ ਜਨਮ ਹੋਇਆ, ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾੜ ਦੇ ਵਿੱਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਹੁੰਦੀਆਂ, ਮਾਂ ਨਹੀਂ ਕਰਨੀਆਂ, ਬੱਚਾ ਤੇ ਕਰ ਨਹੀਂ ਸਕਦਾ, ਲੇਕਿਨ ਫਿਰ ਵੀ ਪਿਓ ਬੋਲਦਾ, ਫਿਰ ਵੀ ਮਾਂ ਬੋਲਦੀ, ਭਾਵੇਂ ਅਜੇ ਬੱਚਾ ਸਮਝਦਾ ਨਹੀਂ ਪਿਆ। ਮੋਹ ਮਜਬੂਰ ਕਰਦਾ ਹੈ, ਸਨੇਹ ਮਜਬੂਰ ਕਰਦਾ ਹੈ। ਅਕਬਰ ਦਿਨ ਦੇ ਵਿੱਚ ਕਈ ਦਫਾ ਸਮਾਂ ਕੱਢਦਾ ਹੈ, ਖਿਡਾਉਂਦਾ ਹੈ ਬੱਚੇ ਨੂੰ, ਪਿਆਰ ਕਰਦਾ ਹੈ। ਸਵੇਰ ਦਾ ਵਕਤ ਸੀ, ਸਲੀਮ ਗੋਦ ਦੇ 'ਚ ਹੈ, ਅਕਬਰ ਬੜਾ ਖੁਸ਼, ਨਮਾਜ਼ ਪੜ੍ਹ ਕੇ ਆਇਆ, ਸਲੀਮ ਨੂੰ ਚੁੱਕ ਲਿਆ। ਗੋਲੀ ਇੱਕ ਨੌਕਰਾਣੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ। ਅਕਬਰ ਉਸ ਗੋਲੀ ਨੂੰ ਕਹਿੰਦਾ, ਖਾਦਮਾ, ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ, ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਉਹ ਖਾਦਮਾ ਵਿਚਾਰੀ ਕੀ ਆਖੇ, ਨੌਕਰਾਣੀ ਕੀ ਆਖੇ, ਹੱਥ ਜੋੜ ਕੇ ਕਹਿਣ ਲੱਗੀ, ਜਹਾਂ ਪਨਾਹ, ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ, ਇਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ, ਇਹ ਸਭ ਤੋਂ ਜ਼ਿਆਦਾ ਖੂਬਸੂਰਤ। ਅਕਬਰ ਕਹਿੰਦਾ, ਇਹਦੇ ਨੈਣ ਨਕਸ਼ ਬੜੇ ਬਾਕਮਾਲ ਨੇ। ਉਹ ਖਾਦਮਾ ਹਾਂ 'ਚ ਹਾਂ ਮਿਲਾਂਦੀ ਹੈ। ਸ਼ਹਿਨਸ਼ਾਹ, ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਹੋਣ, ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਝ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ। ਜਦ ਇਸ ਤਰ੍ਹਾਂ 10-20 ਖੂਬੀਆਂ ਅਕਬਰ ਦੱਸਦਾ ਹੈ ਤੇ ਖਾਦਮਾ ਹਾਂ ਦੇ 'ਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ। ਅਕਬਰ ਕਹਿੰਦੇ, ਤੂੰ ਆਗਰੇ ਦੇ 'ਚ ਕੱਲ ਜਾਵੀਂ ਸਵੇਰੇ, ਕੰਮ ਨਾ ਕਰੀਂ, ਦਿਨ ਭਰ ਤਲਾਸ਼ ਕਰੀਂ, ਕਿਸੇ ਘਰ ਦੇ 'ਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ-ਬਾਪ ਨੂੰ, ਬੱਚੇ ਨੂੰ ਮਾਲਾ ਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੀਂ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਦੇ 'ਚ ਚੀਥੜੀਆਂ ਦੇ 'ਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ ਔਰ ਲੀੜਾਂ ਦੇ 'ਚ ਲਪੇਟਿਆ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਦੇ 'ਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ, ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ, ਲੈ ਆਈ ਹਾਂ, ਲੈ ਆਈ ਹਾਂ। ਕਿੱਥੇ ਹੈ? ਇਹ ਦੇਖੋ ਮੇਰੀ ਗੋਦ 'ਚ। ਇਹ ਕਿਸ ਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ। ਜੇ ਸੱਚ ਪੁੱਛੇਂ,
मेरी जान दी बख्शी करें, इस बच्चे के सामने तेरा सलीम कुछ भी नहीं है, कुछ भी नहीं। जे मेरे को सच पूछे, जे मैनू माफ कर देवे, की करा सारा आगरा घुमिया, इस बच्चे नालों सोना मैनू एक भी नहीं दिखाई देता। स्नेह मोह अगर ना होवे तो अपने बच्चे च खूबियां दिखाई भी नहीं दे सकदियां। स्नेह करके बच्चे पलते हैं, पर सारी जिंदगी मनुख स्नेह दे च रह गया। ये मनुख पशुओं तो उच्चा नहीं उठिया। स्नेह तो पशुओं च भी होंदा है, बल्कि मनुख नालों ज्यादा होंदा है, ज्यादा होंदा है। जद कदी मनुख दा ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ ਹੈ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ। ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ ਹੈ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ, ਪ੍ਰੇਮ ਭਰਾ ਨਾਲ ਹੋ ਸਕਦਾ ਹੈ, ਮਿੱਤਰ ਨਾਲ ਹੋ ਸਕਦਾ ਹੈ, ਪਤੀ ਨਾਲ ਹੋ ਸਕਦਾ ਹੈ, ਪਤਨੀ ਨਾਲ ਹੋ ਸਕਦਾ ਹੈ, ਦੋਸਤ ਨਾਲ ਹੋ ਸਕਦਾ ਹੈ, ਭੈਣ ਨਾਲ ਹੋ ਸਕਦਾ ਹੈ, ਭਰਾ ਨਾਲ ਹੋ ਸਕਦਾ ਹੈ। ਇਹ ਬਰਾਬਰੀ ਦੀ ਤਰਫ ਹੁੰਦਾ ਹੈ, ਇਹਦੇ 'ਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ, ਮਾਂ ਨੇ ਸਮਾਂ ਵੀ ਦੇਣਾ ਹੈ, ਸਭ ਕੁਝ ਦੇਣਾ ਹੈ, ਦੁੱਧ ਵੀ ਪਿਲਾਣਾ, ਉਹਦੀ ਸੇਵਾ ਵੀ ਕਰਨੀ ਹੈ, ਉਹਨੂੰ ਬਸਤਰ ਵੀ ਬਦਲਣੇ ਨੇ, ਇਸ਼ਨਾਨ ਵੀ ਕਰਾਣਾ ਹੈ, ਉਹਨੂੰ ਦੁੱਧ ਵੀ ਪਿਲਾਣਾ ਹੈ, ਸਭ ਕੁਝ ਕਰਨਾ ਹੈ। स्नेह विच देना ही देना होंदा है, प्रेम विच मंग खत्म हो जाती है। इस वास्ते कहते हैं मनुखता शुरू ही प्रेम तो आती है, स्नेह तो नहीं आती, नहीं आती। स्नेह विच ग्रसे मनुख देखे गए ने, अपने बच्चे ने ते पिठ ते हथ लाया ते छाती ठर गई है, पर एक ओपरा बेगाना बच्चा आया, सीने नाल भी लगता पे तो उन्हें चुक के परे पिया मारदा। ऐसा एक दफा मैं हजूर साहब दे देख के दंग रह गया। एक बिरध माता बैठी, एक मासूम बच्चा खेड़दा खेड़दा आया, किधर उसकी गोद च आण बैठा, उन्हें चुक के परे सुटिया, बच्चा रोन लग पिया। उत्थे मैं इस गल नूं सोचिया, मैं कहा इसदा अपना नहीं है, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ। ਓਪਰਾ ਵਿਚਾਰਾ ਆ ਗਿਆ, ਵਾਕਈ ਓਪਰਾ ਸੀ। ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਦੇ 'ਚ ਔਗਣ ਵੀ ਹੋਵਨ ਬੜੇ ਪਿਆਰੇ ਲੱਗਦੇ ਨੇ, ਦੂਦੇ ਜੇ ਬੱਚੇ ਦੇ ਗੁਣ ਵੀ ਹੋਵਨ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, बहुत सीमित होंगी है। प्रेम थोड़ा महान होंदा है, इहदे च पवित्रता होंदी है, इहदे च कुर्बानी का जज्बा होंदा है। भरा भरा तो कुर्बान हो सकता है, पति पत्नी तो कुर्बान हो सकता है, पत्नी पति तो कुर्बान हो सकती है, मित्र मित्र तो कुर्बान हो सकता है, निछावर हो सकता है, मंग कुछ भी नहीं है। एक दूजे तो सदके हो सकते हैं, कुर्बान हो सकते हैं। मैं हैरान हाँ, भाई साहब भाई गुरदास जैसी शख्सियत ने अपनी बाणी विच लैला मजनू का जिक्र किया, ससी पुन्नू का जिक्र किया, सोनी महीवाल का जिक्र किया, हीर रांझे का जिक्र किया, और ये वार दरबार साहब दे भी गाई जाती है। सब तो पहले अज तो 30-35 साल पहले बुजुर्ग रागी भाई हरि सिंह जद गा रहे सन ते मेरे कन्ना च पहुंच, उत्थों ही फिर मैं सोचिया इस सुनो, मैं कि ये तो कोई भगत नहीं सन, संत नहीं सन, भाई गुरदास जैसे आलम फाजल ने इन्हों थां दे दी है। और जिस बाणी का कीर्तन करन दा सुभाग है, उस बाणी नूं उहदा कीर्तन हो सकता है, और उसका कीर्तन किया जाता है। फिर मैं थोड़ा जिहा इसकी गहराई च गया।
ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ। ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ। ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ। ਚੱਲਦਾ ਹੈ। ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ। ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ, ਉਸ ਨਾਲ ਵੀ ਧੋਖਾ ਕਰ ਸਕਦਾ ਹੈ। ਸਮਝ ਤੇ ਸੀ ਵਿਵੇਕਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕ੍ਰੇਟ ਦੱਸ ਦਿੱਤੇ, ਸਾਰੇ ਰਾਜ਼ ਦੱਸ ਦਿੱਤੇ। ਔਰ ਘਰ ਘਰ ਦੇਖਿਆ ਜਾ ਸਕਦਾ ਹੈ। ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਵਿੱਚ ਮੁਕੱਦਮੇਬਾਜ਼ੀ, ਭਰਾ ਭਰਾ ਬੋਲਦੇ ਨਹੀਂ, ਭਰਾ ਭਰਾ ਦੀ ਦੁਸ਼ਮਣੀ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂਆਂਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ। ਨੇੜੇ ਪਿਆਰ ਲੈ ਜਾਂਦਾ ਹੈ, ਨੇੜੇ ਸਨੇਹ ਲੈ ਜਾਂਦਾ ਹੈ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ। ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ, ਭਰਾ ਦੇ ਨੇੜੇ ਲੈ ਜਾ ਸਕਦਾ ਹੈ, ਪਤਨੀ ਦੇ ਨੇੜੇ ਲੈ ਜਾ ਸਕਦਾ ਹੈ, ਪਤੀ ਦੇ ਨੇੜੇ, ਭੈਣ ਦੇ ਨੇੜੇ। ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਭਰਾ ਦੇ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ। ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ ਹੈ, ਇੱਕ ਦੂਜੇ ਤੋਂ ਕੁਰਬਾਨ ਹੋਣਾ ਹੁੰਦਾ ਹੈ। ਕਹਿੰਦੇ ਨੇ ਇੱਥੋਂ ਥੋੜ੍ਹੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ। ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ। ਸੰਬੰਧ ਟੁੱਟੇ ਹੋਏ ਨੇ, ਟੁੱਟੇ। ਯੂਰਪ ਦੇ ਤਕਰੀਬਨ ਸਾਰੇ ਹੀ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ। ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣਾ ਹੁੰਦਾ ਗਿਆ। भाई साहब भाई गुरदास जैसे विद्वान आलम ऐसा फरमान करते ने, लैला मजनू आशकी चौचक्की जाती, महीवाल नू सोहनी नह तरदी राती, ससी पुन्नू दोस्ती ओ जात को जाती। हैरानगी, ये कोई आम शायर इन्हां दा जिक्र करे, वो तो एक गल वखरी है। एक संत कवि, एक ब्रह्म ज्ञानी, सिर्फ भाई गुरदास ने ही जिक्र नहीं किया, भाई नंद लाल ने भी किया। ये भी मैं अर्ज कर दें। धन गुरु गोबिंद सिंह जी महाराज दे 52 कवियां दे चों सिरमौर कवि, इन्हां दे कोल एक ऐसा शायर आया जिन्हें लैला मजनू का किस्सा लिखिया सी नज़म दे विच, ते वो नंद लाल नूं सुणाउण वास्ते आ गया। उहदे कुछ भाग, कुछ हिस्से। कवि जितने चिर तक कवि नूं अपनी कविता ना सुना लवे, उहदी आत्मा नूं सकून नहीं मिलता। भावें बाकियां नूं सुणावे ते भावें सिर हिलांदे रहन कई, ते कईयां नूं रस भी आवे, लेकिन यकीन जाणो एक कवि नूं तस्कीन तसल्ली उदों आउंदी है
जद उसकी कविता के उत्ते, जद उसकी शायरी के उत्ते कोई शायर सिले ला दे, वो दाद दे। संगीतकार नूं भी उस दिन सच्ची खुशी होती है जद उसकी संगीत की धुन नूं कोई संगीतकार दाद दे। जने खने नूं रस ते आ जाएगा, ते जना खना दाद भी दे सकता है। ये नाल गहरी तस्कीन उस संगीतकार नूं नहीं हो सकती। ये भी महसूस करते हैं। इस वास्ते वो नंद लाल कोल आया है भी नंद लाल नूं सुनाना है। बहुत वड्डा शायर है, कवि है। दो दो चार चार नज़मां उसने लैला ते मजनू बारे सुनानियां सन। किताब बहुत वड्डी लिखी। भाई साहब नूं कहण लगा मैं लिखी है किताब, इहदे एक भाग दे लैला दा जीवन, एक भाग दे मजनू दा जीवन। मजनू तो उसने कथा आरंभ की थी। 4 नज़मां मजनू बारे सुनाइयां। भाई साहब बड़े जज्बात दे डुब गए। उन्हां दी सुरत बड़ी गहराई चली गई सुन के। वो शायर कहन लगा ये तो 4 नज़मां मैं थानू मजनू बारे सुनाइयां, हुण मैं 4 नज़मां थानू लैला बारे सुनाना। पर अश्क बाहर हो गए सन, भाव विभोर हो गए सन। हथ नाल इशारा किया, बड़ी मुश्किल नाल जबान चो बोल निकले, मगो अज हाले लैली। ना सुना मैनू लैला दा किस्सा। मगो अज हाले लैली बादिले शौरीदा है गोया, कि शराए किस्सा है मजनू मरा दीवाना में साज। तू मैनू मजनू दा किस्सा सुनाया है, मैं अपने होश गवा बैठा। जे हुण तू मैनू लैला दा किस्सा गवाया तो मेरे प्राण भी जाते रहणगे। ना सुना, मैं नहीं सुन सकता, मैं नहीं सुन सकता। इतना जज्बाती मनुख, इतना भावक मनुख। गल ते मजनू दी सुनी, जुण गए गुरु नाल। गल ते मजनू दी सुनी, जुण गए प्रभु नाल। प्रभु दी गल भी सुन के कोई प्रभु नाल ना जुड़े, गुरु दी गल सुन के भी कोई गुरु नाल ना जुड़े, तो की सरोता होया, की सरोता होया। गल उसने मजनू दी कीती है, पर प्यार दी डोरी भाई नंद लाल दी धन गुरु गोबिंद सिंह जी महाराज दे चरनां नाल जुड़ गई। आखण लगा मैं अपने होश गवा बैठा, हुण होर ना कुछ मैनू सुनाई। महान है तेरी नज़म, मैं होर नहीं कुछ सुन सकता। मगो अज हाले लैली बादिले शौरीदा है गोया, कि शराए किस्सा है मजनू मरा दीवाना में साजत। ये संबंध जुड़ता है प्रेम नाल, प्यार नाल, लेकिन कदी कदी साधना दे ये प्यार उछाल मारदा है। एक तीसरी अवस्था जो प्यार दी बनती है, प्यार दी अवस्था स्नेह, प्यार दी अवस्था ही प्रेम है, और प्यार दी अवस्था शरधा है। हे गुरु तू कितनी बराबरी देवें फिर भी तू वड्डा है। ये शरधा मां नाल हो सकती है, पिता नाल हो सकती है, चलो उम्र दे च वड्डा है, वड्डे नाल होंदी है। उम्र भी मनुख नूं कुछ सिखाती है जो बड़े तो बड़े उस्ताद नहीं सिखा सकते। ये भी महसूस करते हैं, इस चक्कर च ना पैना। इसे कारण करके भारत विच वडेरी उम्र का सन्मान आख्या गया। ये कोल उम्र का जिहड़ा ज्ञान है वो तेरे कोल नहीं हो सकता है, नौजवान तेरे कोल नहीं हो सकता, ये बच्चे तेरे कोल नहीं हो सकता। कुछ उम्र भी सिखाती है, उतार चढ़ाव बहुते देखे होंगे ने उसने। इस वास्ते आख्या गया बिरद दा अपने तो वड्डे दा, चाहे उम्र दे च वड्डा है, इलम दे च वड्डा है, ज्ञान दे च वड्डा है, वो तो गल वखरी, भावें उम्र दे च वड्डा है। जो किसी भी गल दे च वड्डा है उस नाल जो रिश्ता जुड़ता है शरधा करके, मैथों वड्डा है, उम्र दे च वड्डा है, ज्ञान दे च वड्डा है, कला दे च वड्डा है, समझ दे च वड्डा है,
ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਨੇ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤਾਂ ਮੋਸੇ ਗਰੀਬ ਕਰੋੜ ਕੱਪਰੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ ਹੈ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ। ਉਹਨੂੰ ਪਿਓ ਦੇ 'ਚ ਹੀ ਪ੍ਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ 'ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ 'ਚ ਵੀ ਹੋ ਸਕਦੀ ਹੈ। ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ। ਇਹ ਵੀ ਮੈਚ ਕਰਦੇ ਹਾਂ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜ੍ਹਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸ ਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ 4 ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ। ਜਮਨਾ ਦੇ 'ਚ ਨੌਕਾ 'ਚ ਬੈਠੇ ਅਮੀਰ ਮਿਨਾਈ ਤੇ ਜ਼ੌਕ। ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ। ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕ ਬਾਹਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਨੇ ਕਿਉਂ? ਸ਼ਹਿਨਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ ਹੈ? ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ। ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ, ਮਾਂ ਬਾਪ ਨਾਲ ਵੀ ਹੋ ਸਕਦੀ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ। ਇਹ ਭਗਵਾਨ ਦੀ ਹੁੰਦੀ ਹੈ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਹੈ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਹੈ ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਦੇ 'ਚ, ਭਗਤ ਤੇ ਭਗਵਾਨ ਦੇ 'ਚ ਕੋਈ ਭੇਦ ਰਹਿ ਨਹੀਂ ਜਾਂਦਾ। ਐਸਾ ਗੁਰਬਾਣੀ ਬਾਰ-ਬਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਭੇਦ ਨਾ ਭਾਈ। ਹੁਣ ਕੋਈ ਭੇਦ ਨਹੀਂ ਰਿਹਾ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਏ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਦੇ 'ਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਦੇ 'ਚ ਗੰਗਾ ਲੱਭਣੀ ਔਖੀ ਹੈ, ਸਾਗਰ ਦੇ 'ਚ ਫਿਰ ਸਾਗਰ ਹੀ ਹੈ। ਕਬੀਰ ਰਾਮ ਦੇ 'ਚ ਖੋ ਕੇ ਰਾਮ ਹੀ ਹੋ ਗਏ। ਨਾਮਦੇਵ ਪ੍ਰਭੂ ਦੇ 'ਚ ਖੋ ਕੇ ਪ੍ਰਭੂ ਹੀ ਹੋ ਗਏ।
ਐਸਾ ਭਗਤੀ ਕਰ ਦਿੰਦੀ ਹੈ। ਭਗਤੀ ਵਿੱਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ, ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ, ਲੇਕਿਨ ਫਿਰ ਵੀ ਭਗਤੀ ਸਿਖਰ ਤੇ। ਹੁਣ ਮੈਂ ਅਰਜ਼ ਕਰਾਂ, ਸਨੇਹ ਵਿੱਚ ਸਾਰੇ ਆਉਂਦੇ ਨੇ, ਹਜ਼ਾਰਾਂ 'ਚ ਕੋਈ ਇੱਕ ਅੱਧ ਮਨੁੱਖ ਪ੍ਰੇਮ ਤੱਕ ਪਹੁੰਚਦਾ ਹੈ, ਲੱਖਾਂ ਦੇ 'ਚ ਕਿਧਰੇ ਇੱਕ ਅੱਧ ਵਿੱਚ ਸ਼ਰਧਾ ਹੁੰਦੀ ਹੈ। ਚੱਕਰ 'ਚ ਨਾ ਪੈਣਾ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕੀ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਬੜੀਆਂ ਵਾਹਿਯਾਤ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ, ਹੈਰਾਨਗੀ ਆਉਂਦੀ ਹੈ ਕੀ ਸ਼ਰਧਾ ਹੈ। ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਨਾ, ਕੁਛ ਵੀ ਨਹੀਂ। ਸ਼ਰਧਾ ਇੱਕ ਐਸੀ ਅਵਸਥਾ ਬਣਾ ਦਿੰਦੀ ਹੈ, ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ, ਕਤਈ ਨਹੀਂ ਕਰੇਗਾ। ਅਦਬ ਪਹਿਲਾ ਕਰੀਨਾ ਹੈ, ਮੁਹੱਬਤ ਕੇ ਕਰੀਨੋਂ ਮੈਂ। ਇਕਬਾਲ ਕਹਿੰਦਾ ਹੈ ਅਦਬ ਤੇ ਪਹਿਲੀ ਗੱਲ ਹੈ, ਪਰ ਇਹ ਸ਼ਰਧਾਲੂ ਕਰਦਾ ਹੈ। ਲੇਕਿਨ ਫਿਰ ਜਦ ਇਹ ਭਗਤੀ ਦੇ 'ਚ ਕਦਮ ਰੱਖਦਾ ਹੈ ਤਾਂ ਭਗਤੀ ਐਸਾ ਹੈ ਜੈਸੇ ਬੂੰਦ ਨੇ ਛਲਾਂਗ ਮਾਰੀ ਹੈ, ਸਾਗਰ ਹੋ ਗਈ ਹੈ। ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿਤਰੀ ਹੋਈ ਹੈ, ਭਗਤਾਂ ਨੇ ਪੇਸ਼ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਜੋ ਇਸ ਦਾ ਖੁਲਾਸਾ ਕਰਦੇ ਨੇ, ਮੈਂ ਬਾਕੀ ਦੇ 3 ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਇੱਥੇ ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ। ਬੜੇ ਟਿਕਾਓ ਨਾਲ, ਇਕਾਗਰਤਾ ਨਾਲ ਤੁਸੀਂ ਸਰਵਨ ਕੀਤਾ ਹੈ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ। ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ, ਜੰਮਦਾ ਰਹੇਗਾ, ਮਰਦਾ ਰਹੇਗਾ। ਕੇਵਲ ਭਗਵਾਨ ਨਾ ਜੰਮਦਾ ਹੈ ਨਾ ਮਰਦਾ ਹੈ, ਬਾਕੀ ਸਭ ਜੰਮਦੇ ਮਰਦੇ। ਭਰਮ ਭੂਲੇ ਨਰ ਕਰਚ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਜਨਮ ਮਰਨ ਤੋਂ ਨਾਰਾਇਣ ਰਹਿਤ ਹੈ, ਤੇ ਜਨਮ ਮਰਨ ਤੋਂ ਰਹਿਤ ਹੋਣਾ ਹੈ ਤਾਂ ਨਾਰਾਇਣ ਤੇ ਹੋਣਾ ਪਏਗਾ। ਇਸ ਤੋਂ ਬਿਨਾਂ ਨਹੀਂ ਹੈ, ਇਸ ਤੋਂ ਬਿਨਾਂ ਇਹ ਚੱਲਦਾ ਰਹੇਗਾ, ਯਾਤਰਾ ਚੱਲਦੀ ਰਹੇਗੀ। ਸਾਹਿਬ ਰਹਿਮਤ ਕਰਨ। ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ, ਤੁਹਾਡੇ ਸਾਹਮਣੇ ਫਿਰ ਰੱਖਾਂਗੇ। ਹੁਣ ਗੁਰੂ ਕੇ ਕੀਰਤਨੀਆਂ ਪਾਸੋਂ ਇੱਕ ਮਹਾਨ ਸ਼ਬਦ ਸਰਵਨ ਕਰੋ ਆਪ। ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।